वेलकम टू एक्सीलेंट क्लासेस। जिवें कि ਅਸੀਂ ਇਸ ਕਲਾਸ ਦੇ ਵਿੱਚ ਕੈਪੈਸਿਟੈਂਸ ਪੜ੍ਹਦੇ ਸੀ ਤੇ ਅਸੀਂ ਕੈਪੈਸਿਟੈਂਸ ਦੇ ਵਿੱਚ ਕੁਝ ਇਕੁਏਸ਼ਨਸ ਬਣਾ ਲਈਆਂ ਸੀ ਤੇ ਉਹਨਾਂ ਦੇ ਵਿੱਚੋਂ ਕੁਝ ਇਕੁਏਸ਼ਨਸ ਜਿਹੜੀਆਂ ਵਾ ਮੈਂ ਉਹ ਰਿਵਾਈਜ਼ ਕਰਵਾ ਦਿੰਦਾ ਵਾ। ਜਿਵੇਂ ਅਸੀਂ ਕਿਹਾ ਸੀ ਕਿ ਇੱਕ ਪਲੇਟ ਆ ਤੇ ਇਧਰ ਕੀ ਹੈ, ਇੱਕ ਨੈਗੇਟਿਵ ਪਲੇਟ ਆ ਤੇ ਅਸੀਂ ਉਹਦੇ ਅੰਦਰ ਇੱਕ ਡਾਈਲੈਕਟ੍ਰਿਕ ਰੱਖਿਆ। ਜਦੋਂ ਉਹਦੇ ਅੰਦਰ ਡਾਈਲੈਕਟ੍ਰਿਕ ਰੱਖਿਆ ਤੇ ਸਾਡੇ ਕੋਲੋਂ ਪਹਿਲਾਂ ਕਿੰਨਾ ਇਲੈਕਟ੍ਰਿਕ ਫੀਲਡ ਸੀ ਜਦੋਂ ਸਲੈਬ ਨਹੀਂ ਸੀ। ਅਸੀਂ ਕਹਿੰਦੇ ਆ ਕਿ ਜਦੋਂ ਸਲੈਬ ਨਹੀਂ ਸੀ ਉਹ ਕਿੰਨਾ ਫੀਲਡ ਲਿਆ, ਵਿਦਆਊਟ, ਮਤਲਬ ਜਦੋਂ ਡਾਈਲੈਕਟ੍ਰਿਕ ਸਲੈਬ ਨਹੀਂ ਸੀ ਤੇ ਇਹਨਾਂ ਪੈਰਲਲ ਪਲੇਟ ਦੇ ਵਿੱਚ ਇਹ ਜਿਹੜੀਆਂ ਦੋ ਪੈਰਲਲ ਪਲੇਟ ਆ ਇਹਨਾਂ ਦੇ ਵਿੱਚ ਕਿੰਨਾ ਫੀਲਡ ਆ, E ਨॉट। ਤੇ ਬਾਅਦ ਵਿੱਚ ਕੀ ਹੋਇਆ, ਬਾਅਦ ਵਿੱਚ ਅਸੀਂ ਕੀ ਕੀਤਾ, ਦੂਸਰੇ ਸਟੈਪ ਦੇ ਉੱਪਰ ਇਹਨਾਂ ਪਲੇਟਸ ਦੇ ਵਿੱਚ ਇੱਕ ਡਾਈਲੈਕਟ੍ਰਿਕ ਸਲੈਬ ਰੱਖੀ ਤੇ ਜਦੋਂ ਡਾਈਲੈਕਟ੍ਰਿਕ ਸਲੈਬ ਰੱਖੀ ਅਸੀਂ ਕਿਹਾ ਕਿ ਇਹਦੇ ਅੰਦਰ ਪੋਲਰਾਈਜੇਸ਼ਨ ਹੋ ਗਈ ਤੇ ਇਹਨੇ ਪੋਲਰਾਈਜੇਸ਼ਨ ਦੇ ਕਰਕੇ ਉਲਟਾ ਫੀਲਡ ਬਣਾ ਲਿਆ ਤੇ ਬਾਹਰੋਂ ਫੀਲਡ ਕਿੰਨਾ ਸੀ, ਬਾਹਰੋਂ ਟੋਟਲ ਦੇ ਉੱਪਰ ਫੀਲਡ E ਨॉट ਸੀ ਤੇ ਇੱਥੇ ਸਾਡੇ ਕੋਲ ਜਿਹੜੀ ਇਕੁਏਸ਼ਨ ਆਈ ਸੀ ਅਸੀਂ ਕਿਹਾ ਸੀ ਕਿ ਨੈਟ ਫੀਲਡ E E नॉट EP। सो ਅਸੀਂ ਥੋੜਾ ਬਹੁਤ ਕੰਮ ਕਰ ਚੁੱਕੇ ਆ। ਸਾਡੇ ਕੋਲ ਜਿਹੜੀ ਮੇਨ ਇਕੁਏਸ਼ਨ ਆਈ ਆ ਉਹ ਇਹ ਆਈ ਆ E E नॉट EP ਕਿ E ਕੀ ਆ, ਹੁਣ ਜਿਹੜਾ ਫੀਲਡ ਆ ਹੁਣ ਕਿਹੜਾ, ਮਤਲਬ ਕਿ ਕੈਪੈਸਿਟਰ ਪਲੇਟਸ ਜਿਹੜੀਆਂ ਸੀ ਉਹਨਾਂ ਦੇ ਫੀਲਡ E नॉट ਬਣਾਇਆ ਤੇ ਇਸ नॉन कंडक्टिंग डाइलेक्ट्रिक स्लैब ने, मैं नॉन कंडक्टिंग डाइलेक्ट्रिक कह रहा हूं क्योंकि मैं डाइलेक्ट्रिक ਨੂੰ ਕੀ ਕਿਹਾ ਸੀ, ਇਨਸੂਲੇਟਰ ਕਿਹਾ ਸੀ ਨਾ, ਤੇ ਜੇ ਉਹਨੂੰ ਮੈਂ ਇਨਸੂਲੇਟਰ ਕਹਿ ਰਿਹਾ ਹਾਂ ਤੇ ਫਿਰ ਮੈਂ ਕਹਿ ਸਕਦਾ ਹਾਂ ਇਹ ਨॉन ਕੰਡਕਟਿੰਗ ਆ। ਸੋ ਇਸ ਨॉन ਕੰਡਕਟਿੰਗ ਡਾइलेक्ट्रिक स्लैब ਦੇ ਆਪੋਜ਼ਿਟ ਫੀਲਡ ਬਣਾਤਾ ਤੇ ਜਿਹੜਾ ਪਹਿਲਾ ਫੀਲਡ ਬਣਿਆ ਸੀ ਉਹਨੂੰ ਘਟਾਤਾ ਤੇ ਅਸੀਂ ਇਸੇ ਇਕੁਏਸ਼ਨ ਨੂੰ ਸਰਫੇਸ ਚਾਰਜ ਡੈਂਸਿਟੀ ਦੇ ਰੂਪ ਵਿੱਚ ਵੀ ਬਦਲਿਆ ਸੀ कि E सिग्मा अपॉन एप्सिलॉन ते सिग्मा P अपॉन एप्सिलॉन 0। ਇਹ ਕੀ ਆ सिग्मा, ਇਹ सिग्मा ਅਸੀਂ ਰਿਪਰੈਜ਼ੈਂਟ ਕਰ ਰਹੇ ਆ ਜਿਹੜੀ ਸਾਡੀ ਇਹ ਪਲੇਟਸ ਆ ਪੋਜ਼ਿਟਿਵ ਤੇ ਨੈਗੇਟਿਵ, ਇਹਨਾਂ ਦੇ ਉੱਪਰ ਜਿੰਨਾ ਚਾਰਜ ਆ ਤੇ ਉਹਦੀ ਸਰਫੇਸ ਚਾਰਜ ਡੈਂਸਿਟੀ ਇਹ ਅਸਲ ਦੇ ਵਿੱਚ ਪਿੱਛੇ ਨੂੰ ਪਲੇਟਸ ਆ ਤੇ ਇਹਨਾਂ ਦੇ ਉੱਤੇ ਕਿੰਨਾ ਚਾਰਜ ਆ ਤੇ ਇੱਕ ਯੂਨਿਟ ਏਰੀਆ ਦੇ ਵਿੱਚ ਕਿੰਨਾ ਚਾਰਜ ਆ ਉਹ ਅਸੀਂ ਕੀ ਕਹਿ ਰਹੇ ਹਾਂ, ਸਰਫੇਸ ਚਾਰਜ ਡੈਂਸਿਟੀ ਸਿਗਮਾ। ਤੇ ਜੇਕਰ ਅਸੀਂ ਗੱਲ ਕਰੀਏ ਸਿਗਮਾ P ਦੀ, ਸਿਗਮਾ P ਕੀ ਚੀਜ਼ ਆ, ਸਿਗਮਾ P ਸਾਡੇ ਕੋਲ ਇਸ ਤਰੀਕੇ ਦੀ ਚੀਜ਼ ਆ ਕਿ ਅਸੀਂ ਇਹਦਾ ਇੱਕ ਸਲੈਬ ਰੱਖੀ ਹੋਈ ਆ ਤੇ ਇਹ ਸਲੈਬ ਕੁਝ ਬਣਾਉਣ ਦੀ ਕੋਸ਼ਿਸ਼ ਕਰਨਾ ਕਿਸੇ 3D ਦੇ ਵਿੱਚ, ਇਦਾਂ ਕੋਈ ਸਲੈਬ ਆ ਇਹ ਪਿੱਛੇ ਨੂੰ ਆ, ਠੀਕ ਆ। ਜਿਵੇਂ ਮੰਨ ਲਓ ਕਿ ਇੱਕ ਕਾਪੀ ਹੋਵੇ ਤੇ ਮੈਂ ਕਾਪੀ ਰੱਖੀ ਹੋਈ ਹੈ, ਠੀਕ ਆ, ਤੇ ਹੁਣ ਉਸ ਕਾਪੀ ਦੀਆਂ ਜਿਹੜੀਆਂ ਬਾਜੂ ਆ, ਮਤਲਬ ਇਹ ਜਿਹੜੀ ਸਲੈਬ ਆ ਇਹਦੀਆਂ ਜਿਹੜੀਆਂ ਬਾਜੂ ਆ ਇਹ ਵਾਲੀ, ਇਹਨਾਂ ਦੇ ਉੱਪਰ ਕੀ ਆ, ਇੱਧਰ ਨੈਗੇਟਿਵ ਚਾਰਜ ਆ ਤੇ ਇੱਧਰ ਪੋਜ਼ਿਟਿਵ ਚਾਰਜ ਆ ਤੇ ਆਪਾਂ ਕਿਹਾ ਕਿ ਇਹ ਸਾਹਮਣੇ ਵਾਲੇ ਪਾਸੇ ਤੋਂ ਇਹਦਾ ਏਰੀਆ ਕਿੰਨਾ ਵਾ, ए एरिया वा। जे मैं दूसरी गल करा कि एक स्लैब पई सी ते इस स्लैब दे इस साइड दा एरिया कितना वा, ए एरिया, इस साइड दा एरिया कितना वा वो भी ए एरिया वा ते जेडी इहदे सामने कैपेसिटर दी प्लेट पई आ ए वाली कंडक्टिंग प्लेट ओदा एरिया कितना वा, ओदा एरिया भी ए ही आ, ठीक आ। सो इस ए एरिया ते क्यू चार्ज किधरिया आया वा ਤੇ ਇੱਕ ਯੂਨਿਟ ਏਰੀਆ ਦੇ ਵਿੱਚ ਕਿੰਨਾ ਚਾਰਜ ਆ, ਅਸੀਂ ਕਿਹਾ ਸਿਗਮਾ P ਤਾਂ ਕਰਕੇ ਲਗਾਤਾ, ਅਸੀਂ ਕਹਿ ਰਹੇ ਹਾਂ ਕਿ ਇਹ ਕੀ ਆ, ਇਹ ਸਰਫੇਸ ਚਾਰਜ ਡੈਂਸਿਟੀ ਡਿਊ ਟੂ ਪੋਲਰਾਈਜੇਸ਼ਨ। ਥੋੜਾ ਜਿਹਾ ਵਾਰੀ ਕੈਪ ਕਰ ਰਹੇ ਹਾਂ, ਵੈਸੇ ਤਾਂ ਅਸੀਂ ਇਹਨੂੰ ਪੜ੍ਹ ਚੁੱਕੇ। ਹੁਣ ਅਸੀਂ ਇਸ ਕਲਾਸ ਤੋਂ ਬਾਅਦ ਵਿੱਚ ਪੋਲਰਾਈਜੇਸ਼ਨ ਨੂੰ ਸਮਝਾਂਗੇ ਕਿ ਪੋਲਰਾਈਜੇਸ਼ਨ ਕੀ ਚੀਜ਼ ਆ। ਅਸੀਂ ਦੇਖਿਆ ਸੀ ਕਿ ਜਦੋਂ ਡਾਈਲੈਕਟ੍ਰਿਕ ਸਲੈਬ ਨੂੰ, ਅਜੇ ਤੱਕ ਜਿਹੜੀ ਮੈਂ ਗੱਲ ਕਰ ਰਿਹਾ ਨਾ ਡਾਈਲੈਕਟ੍ਰਿਕ ਸਲੈਬ, ਉਹ ਡਾਈਲੈਕਟ੍ਰਿਕ ਸਲੈਬ ਜਿਹੜੀ ਆ ਉਹ ਇਨਸੂਲੇਟਰ ਮਟੀਰੀਅਲ ਦੀ ਬਣੀ ਹੋਈ ਆ ਤੇ ਅਸੀਂ ਜਦੋਂ ਇੱਕ ਪਲੇਟ ਦੇ ਅੰਦਰ ਪੋਜ਼ਿਟਿਵ ਪਲੇਟ ਐਂਡ ਦਿਸ ਵਨ ਇਜ਼ ਨੈਗੇਟਿਵ ਪਲੇਟ ਐਂਡ ਵੀ ਪਲੇਸ a डाइलेक्ट्रिक
means non-conducting material. And we get here the positive charge on this side, the negative charge on this side. ਤੇ ਸਾਨੂੰ ਪਤਾ ਹੈ ਡਾਇਲੈਕਟ੍ਰਿਕ ਸਲੈਬ ਕਾਦੀ ਬਣੀ ਆ, ਇਹ ਐਟਮਸ ਮੋਲੀਕਿਊਲਸ ਦੀ ਬਣੀ ਆ। ਤੇ ਜਦੋਂ ਇਹਨੂੰ ਵਿੱਚ ਰੱਖਿਆ ਤੇ ਇਹਦੇ ਐਟਮ ਮੋਲੀਕਿਊਲਸ ਕੀ ਹੋ ਗਏ ਆ, ਮਾਈਨਸ ਪਲੱਸ ਡਿਸਪਲੇਸ ਹੋ ਗਏ। ਪਹਿਲਾਂ ਕਿਸ ਤਰ੍ਹਾਂ ਦੇ ਸੀ ਦੱਸਿਆ ਸੀ, ਪਹਿਲਾਂ ਇਹ ਇਸ ਤਰੀਕੇ ਨਾਲ ਸੀ ਤੇ ਬਾਅਦ ਵਿੱਚ ਇਹਨਾਂ ਤੇ ਇਸ ਫੀਲਡ ਦੇ ਫੋਰਸ ਲਗਾਈ। ਕਿਹੜਾ ਫੀਲਡ ਹੈ, ਪੋਜ਼ਿਟਿਵ ਪਲੇਟ, ਇਹ ਨੈਗੇਟਿਵ ਪਲੇਟ, ਇਹਦੇ ਵਿੱਚ ਜਿਹੜਾ ਫੀਲਡ ਸੀ ਕਿਹਨੂੰ ਨਾਮ ਕੀ ਨਾਮ ਦਿੱਤਾ ਸੀ ਅਸੀਂ ਇਹਨੂੰ E ਨਾਮ। ਇਹਨੇ ਫੋਰਸ ਲਗਾਈ, ਫੋਰਸ ਲਗਾਉਣ ਦੇ ਨਾਲ ਇਹ ਕੀ ਹੋ ਗਿਆ, ਪੋਲਰ ਹੋ ਗਿਆ। ਪੋਲਰ ਕਹਿਣ ਦਾ ਮਤਲਬ ਕੀ ਆ, ਇਹਦਾ ਪੋਜ਼ਿਟਿਵ ਨੈਗੇਟਿਵ ਜਿਹੜਾ ਪਹਿਲਾਂ ਇਕੱਠਾ ਸੀ ਉਹ ਕੀ ਹੋ ਗਿਆ, ਆਇਨਿਕ ਸਟੇਟ ਚਲਾ ਗਿਆ ਜਾਂ ਉਹ ਪੋਲਰਾਈਜੇਸ਼ਨ ਹੋ ਗਈ ਉਹਦੀ। ਜਿਵੇਂ ਮੈਂ ਕਹਾਂ ਮੇਰੇ ਕੋਲ ਕੀ ਆ, NaCl ਆ ਤੇ NaCl ਨੂੰ ਜੇਕਰ ਮੈਂ ਤੋੜਦਾ ਨਾ ਤੇ ਮੈਂ ਕਹਿੰਦਾ Na ਪੋਜ਼ਿਟਿਵ ਜਾਂ Cl ਨੈਗੇਟਿਵ, मतलब पॉजिटिव नेगेटिव चार्ज जेड़ा वा वो किसे दूसरी जगह पे चला गया वा, डिस्प्लेस हो गया वा थोड़ा जिहा। मैं इहनू कहांगा ये पोलर आ, NaCl एक पोलर मॉलिक्यूल आ ते इहदे पे हां ते मैं कहना O2 ते नॉन पोलर ਅਸੀਂ ਕੈਮਿਸਟਰੀ ਦੇ ਵਿੱਚ ਪੜਿਆ। ਤੇ ਇੱਥੇ ਅਸੀਂ ਵਾਪਸ ਆਉਂਦੇ ਆ, ਇੱਥੇ ਅਸੀਂ ਇਹ ਗੱਲ ਕਹਿ ਰਹੇ ਆ ਕਿ ਇਹ ਜਿਹੜਾ ਮੋਲੀਕਿਊਲ ਸੀ ਇਹ ਕੀ ਹੋ ਗਿਆ, ਪੋਲਰ ਹੋ ਗਿਆ। जे ये नॉन पोलर नहीं भी सी तां भी पोलर हो गया ते जे ये पोलर सी फिर तो कोई गल होई है ना कि इहदी ते सिर्फ डायरेक्शन ही सेट होई आ, पोलर ते पहला ही हैगा सी। ठीक आ। सो हुण आपां देखना चाहुंदे आ कि इहदे अंदर कितनी पोलराइजेशन पैदा होई एक मॉलिक्यूल दे अंदर। ते जिहड़ी एक मॉलिक्यूल दे अंदर पोलराइजेशन साडे कोल इत्थे इक्वेशंस काफी बनदियां वा। पोलराइजेशन की डेफिनेशन क्लियर होगी होएगी कि ਜਦੋਂ ਅਸੀਂ ਐਕਸਟਰਨਲ ਫੀਲਡ ਲਗਾਉਂਦੇ ਆ ਡਾਇਲੈਕਟ੍ਰਿਕ ਦੇ ਇੱਕ ਮੋਲੀਕਿਊਲ ਦੇ ਉੱਪਰ ਲੱਗਾ ਤੇ ਚਾਹੇ ਉਹ ਸਾਰਿਆਂ ਦਾ ਹੀ ਆ, ਪਰ ਅਸੀਂ ਕੰਸੀਡਰ ਕਿਹਨੂੰ ਕਰ ਰਹੇ ਆ, ਇੱਕ ਮੋਲੀਕਿਊਲ ਨੂੰ ਕਰ ਰਹੇ ਆ ਤੇ ਉਹਦੇ ਅੰਦਰ ਪੋਲਰਾਈਜੇਸ਼ਨ ਹੋ ਜਾਂਦੀ ਆ। ਪੋਲਰਾਈਜੇਸ਼ਨ ਕਿਹਨੂੰ ਕਹਿੰਦੇ ਆ, ਪੋਲਰਾਈਜੇਸ਼ਨ ਇਸ ਚੀਜ਼ ਨੂੰ ਕਹਿੰਦੇ ਆ ਕਿ ਜਦੋਂ ਤੁਸੀਂ ਫੀਲਡ ਲਗਾਉਂਦੇ ਜੋ ਉਹਦਾ ਪੋਜ਼ਿਟਿਵ ਨੈਗੇਟਿਵ ਚਾਰਜ ਜਿਹੜਾ ਵਾ ਉਹ ਡਿਸਪਲੇਸ ਹੋ ਜਾਂਦਾ ਵਾ। ਇਸ ਪ੍ਰੋਸੈਸ ਨੂੰ ਅਸੀਂ ਕੀ ਬੋਲਦੇ ਆ, ਪੋਲਰਾਈਜੇਸ਼ਨ ਬੋਲਦੇ ਆ। ਤੇ ਹੁਣ ਇਹ ਜਿਹੜੀ ਪੋਲਰਾਈਜੇਸ਼ਨ ਆ ਨਾ ਇਹਨੂੰ ਅਸੀਂ ਲਿਖਦੇ directly proportional to epsilon naught E। epsilon naught medium ਦਾ ਫੈਕਟਰ ਆ, E ਕੀ ਆ, ਅਪਲਾਈਡ ਫੀਲਡ, ਨੈਟ ਅਪਲਾਈਡ ਫੀਲਡ ਜਿੰਨਾ ਅਸੀਂ ਫੀਲ ਕਰਦੇ ਪਏ ਆ ਉੱਥੇ। ਤੇ ਸਾਡੇ ਕੋਲ ਇਹ ਵਾਲਾ ਪ੍ਰੋਪੋਰਸ਼ਨਲ ਨੂੰ ਹਟਾਉਣਾ ਪਏਗਾ, ਕੀ ਲਿਖਾਂਗੇ, ਇਕੁਅਲ ਦਾ ਸਾਈਨ, ਅਲਫਾ ਦਾ ਸਾਈਨ ਪਾਵਾਂਗੇ, epsilon naught E। ਹੁਣ ਜਿਹੜੀ ਇਕੁਏਸ਼ਨ ਬਣੀ ਆ ਇਹ ਇਕੁਏਸ਼ਨ ਕਾਦੀ ਆ, ਪੋਲਰਾਈਜੇਸ਼ਨ ਦੀ ਆ। ਹੁਣ ਪੋਲਰਾਈਜੇਸ਼ਨ ਕੀ ਹੋਗੀ, ਪੋਲਰਾਈਜੇਸ਼ਨ ਜਦੋਂ ਤੁਸੀਂ ਕਿਸੇ ਪੋਲਰ ਮੋਲੀਕਿਊਲ ਨੂੰ ਡਾਇਲੈਕਟ੍ਰਿਕ ਸਲੈਬ ਨੂੰ ਅੰਦਰ ਰੱਖਦੇ ਜੋ ਉਹਦਾ ਇੱਕ ਮੋਲੀਕਿਊਲ ਕੀ ਕਰਦਾ ਵਾ, ਉਹ ਬਾਹਰਲੇ ਇਲੈਕਟ੍ਰਿਕ ਫੀਲਡ ਦੇ ਪ੍ਰਭਾਵ ਹੇਠ ਆਪਣੇ ਪਲੱਸ ਮਾਈਨਸ ਚਾਰਜ ਨੂੰ ਥੋੜਾ ਜਿਹਾ ਦੂਰ ਕਰ ਦਿੰਦਾ ਵਾ ਤੇ ਆਪਾਂ ਇਸ ਪ੍ਰੋਸੈਸ ਨੂੰ ਕੀ ਬੋਲਦੇ ਆ, ਪੋਲਰਾਈਜੇਸ਼ਨ। ਤੇ ਇਹ ਕਿਹਦੇ ਵਾਸਤੇ ਕੱਢੀ ਆਪਾਂ, ਓਨਲੀ ਫॉर ਸਿੰਗਲ ਮੋਲੀਕਿਊਲ। ਇਹ ਸਾਡੀ ਇਹਦੇ ਸਿੰਗਲ ਮੋਲੀਕਿਊਲ ਦੀ ਆ, ਆਪਾਂ ਪੂਰੇ ਵਾਸਤੇ ਵੀ ਕੱਢਣੀ ਆ, ਇਸ ਪੂਰੇ ਦੇ ਵਾਸਤੇ। ਹੁਣ ਜੇਕਰ ਆਪਾਂ ਮੈਂ ਪੂਰੇ ਵਾਸਤੇ ਕੱਢਾਂ, ਪੂਰੇ ਵਾਸਤੇ ਮੈਂ ਸ਼ਬਦ ਵਰਤਦਾ ਵਾਂ ਪੋਲਰਾਈਜੇਸ਼ਨ ਡੈਂਸਿਟੀ। पोलराइजेशन डेंसिटी पोलराइजेशन डेंसिटी ਅਸੀਂ ਕੀ ਕੱਢਾਂਗੇ पोलराइजेशन डेंसिटी ਦਾ ਮਤਲਬ ਆ ਕਿ ਇਹ ਜਿਹੜੀ ਸਲੈਬ ਆ ਨਾ ਇਸ ਸਲੈਬ ਦੇ ਅੰਦਰ ਪੂਰੀ ਦੇ ਅੰਦਰ ਹੀ ਕੀ ਹੋਇਆ ਵਾ पोलराइजेशन ਹੋਈ ਆ ਕਿੱਦਾਂ ਹੋਈ ਆ ਸਾਨੂੰ ਪਤਾ ਹੈ ਇਸ ਤਰੀਕੇ ਨਾਲ 네ਗੇਟਿਵ ਪੋਜ਼ਿਟਿਵ ਇੱਥੇ ਵੀ ਆ नेगेटिव पॉजिटिव इथे भी आ नेगेटिव पॉजिटिव मतलब इस तरीके नाल बहुत बेशुमार जेडे एटम्स मॉलिक्यूल्स जेडे आ वो इस तरीके नाल अलग हो चुके आ हुन आपां इहदे अंदर देखना ना चाह के कि इहदे अंदर किदां दी पोलराइजेशन होई आ एक मॉलिक्यूल दी ते आपां देख ली आपां सारी स्लैब दे बारे जानना पूरे परिवार दे बारे ही जानना वा आपां इहदे वास्ते ਅਸੀਂ शब्द रखना वा पोलराइजेशन डेंसिटी ਤੇ पोलराइजेशन डेंसिटी ਨੂੰ ਮੈਂ ਲਿਖਣ ਲੱਗਾ ਵਾਂ ਵੱਡੀ p ਦੇ ਨਾਲ पोलराइजेशन डेंसिटी ਇੱਕ ਵੈਕਟਰ ਕੁਆਂਟੀਟੀ ਆ ਵੱਡੀ p ਦੇ ਨਾਲ ਲਿਖਾਂਗਾ
पोलराइजेशन डेंसिटी ਅਸੀਂ कैलकुलेट ਕਿਵੇਂ ਕਰਨੀ ਆ डेंसिटी वर्ड है ना ਤੇ ਆਪਾਂ ਕੀ ਕਰਦੇ ਆ ਸਾਨੂੰ ਪਤਾ ਵਾ ਕਿ ਇਹ ਜਿਹੜੀ ਡਾਇਲੈਕਟ੍ਰਿਕ ਸਲੈਬ ਆ ਨਾ ਜੇ ਆਪਾਂ ਇਹਦੀ ਗੱਲ ਕਰੀਏ ਤੇ ਇਹ ਕਿੱਦਾਂ ਦੀ ਬਣ ਗਈ ਸੀ ਇੱਧਰ ਦੇਖੋ ਇਹ ਡਾਇਲੈਕਟ੍ਰਿਕ ਸਲੈਬ ਆ ਆਪਾਂ ਇਹਨੂੰ ਮਿਟਾ ਦਿੰਦੇ ਆ ਦੂਸਰੀ ਸਾਈਡ ਨੂੰ ये डाइलेक्ट्रिक स्लैब है ते ਅਸੀਂ ਕੀ ਕਰਦੇ ਆ इधर ਅਸੀਂ ਮੰਨਿਆ ਚਾਰਜ ਨੈਗੇਟਿਵ ਇਕੱਠਾ ਹੋ ਗਿਆ ਸੀ ਤੇ ਇਧਰ ਪੋਜ਼ਿਟਿਵ ਸਲੈਬ ਦੇ ਵਿੱਚ ਤੇ ਮੰਨ ਲੈਂਦੇ ਆ ਕਿ ਇਹਦੀ ਜਿਹੜੀ ਦੂਰੀ ਆ ਉਹ ਕਿੰਨੀ ਆ d ਆ d ਇਹਦੀ ਦੂਰੀ ਆ ਆਪਸ ਦੀ ਦੋ मतलब ਆਪਾਂ थिकनेस ऑफ डाइलेक्ट्रिक स्लैब कह सकते हैं मैं कहना चलो इधर चार्ज आया प्लस आई लिखने थे माइनस क्यू आई मैं ता करके लिखता वा इंड्यूस चार्ज आया पहला नहीं सी चार्ज इंड्यूस हो गया प्लस आई इस साइड पे आ सारे दे ये सारी जितनी भी कंध हैगी आ सरफेस हैगा मैं जिवें दस्सिया सी कापी दी साइडां की गल करदा पिया मैं साइड क्योंकि कापी की साइड ही पिछे प्लेट के नाल कांटेक्ट विच वा सो वो चीज मैं डिस्कस करना पिया वा हुण देखो इहदे ते इन्ना चार्ज आ इहदा एरिया कितना वा इहदा एरिया ते इसे इधर भी इतना ही आ इहदा भी एरिया इतना ही आ इसकी मैं गल की कर रहा हां गल कर रहा है कापी की एग्जांपल दी ए स्लैब पई हुई आ ते आ वाली साइड ਇਹਦੇ ਸਾਹਮਣੇ ਕੌਣ ਆ ਕੈਪੈਸਿਟਰ ਦੀ ਪਲੇਟ ਵਾ ਹੁਣ ਦੂਜੇ ਪਾਸੇ ਐਸ ਸਲੈਬ ਦੀ ਸਾਈਡ ਆ ਤੇ ਨੈਗੇਟਿਵ ਪਲੇਟ ਕਿੱਥੇ ਆ ਇੱਥੇ ਆ ਤੇ ਆਪਾਂ ਆ ਜਿਹੜੀ ਸਾਈਡਾਂ ਉਠਾਈ ਨਾ ਨੈਗੇਟਿਵ ਵਾਲੀ ਇਹ ਕਿਹੜੀ ਉਠਾਈ ਆ ਇਹ ਵਾਲੀ ਸਾਈਡ ਉਠਾਈ ਆ ਕਿਉਂਕਿ ਇਹ ਪਲੇਟ ਇਦਾਂ ਪਈ ਸੀ ਇੱਥੇ ਪੋਜ਼ਿਟਿਵ ਚਾਰਜ ਇੱਥੇ ਨੈਗੇਟਿਵ ਚਾਰਜ ਇਹਦੇ ਅੱਗੇ ਪਲੇਟ ਕਿੱਦਾਂ ਪਈ ਆ ਇਦਾਂ ਪਈ ਆ इधर प्लेट इदा पई आ हुण जे इस प्लेट का एरिया ए है ना इहदा भी एरिया ए आ इहदा भी एरिया ए आ इहदा भी एरिया ए आ पूरा ले होई आ हुण देखो ਆਪਾਂ इस आर्टिकल ਨੂੰ ਅੱਗੇ ਕਰਦੇ ਆਂ ਆਪਾਂ इस स्लैब ਦੇ ਵਿੱਚ ਦੇਖਿਆ ਵਾ ਕਿ ਇਹ ਡਾਈਪੋਲ ਬਣ ਗਿਆ ਡਾਈਪੋਲ ਕਿੱਦਾਂ ਬਣ ਗਿਆ ਵੀ ਇਸ ਸਾਈਡ ਤੇ ਨੈਗੇਟਿਵ ਚਾਰਜ ਤੇ ਇਸ ਸਾਈਡ ਤੇ ਪੋਜ਼ਿਟਿਵ ਚਾਰਜ ਇਹ ਸਾਰੀ ਸਾਈਡ ਤੇ ਨੈਗੇਟਿव ਚਾਰਜ ये सारी साइड पे पॉजिटिव चार्ज ये एक डाइपोल बन गया ते जे डाइपोल बन गया वा ना ते डाइपोल बनया क्यों वा पोलराइजेशन ते करके ही बनया आपा कढनी है ना सारे दे विच पोलराइजेशन कितनी हुई है पर सानू पता लग गया कि सारे दे विच पोलराइजेशन कढण लई तानू एक पैरामीटर मिल गया डाइपोल मूवमेंट ਉਹ ਤੁਸੀਂ ਅੰਦਾਜ਼ਾ ਲਗਾ ਲਿਆ कि ਇਹਦੇ ਵਿੱਚ ਡਾਈਪੋਲ ਦਾ ਕੇਸ ਤੇ ਆਪਾਂ ਲਾ ਸਕਦੇ ਹਾਂ ਕਿਉਂਕਿ 네ਗੇਟਿਵ ਪੋਜ਼ਿਟਿਵ ਦੂਰ ਆ ਵਿੱਚ ਦੂਰੀ ਆ ਤੇ ਆਪਾਂ ਡਾਈਪੋਲ ਦਾ ਕੇਸ ਲਾ ਕੇ ਜੀ ਕਿਉਂ ਨਹੀਂ ਪੋਲਰਾਈਜੇਸ਼ਨ ਡੈਂਸਿਟੀ ਕੱਢਦੇ ਕਿਉਂਕਿ ਪੋਲਰਾਈਜੇਸ਼ਨ ਡੈਂਸਿਟੀ ਦਾ ਤੇ ਇਸ ਡਾਈਪੋਲ ਦੇ ਬਣਨ ਦਾ ਬਹੁਤ ਆਪਸ ਦੇ ਵਿੱਚ ਰੋਲ ਆ ਤੇ ਆਪਾਂ ਪੋਲਰਾਈਜੇਸ਼ਨ ਡੈਂਸਿਟੀ ਵੈਸੇ ਤੇ ਕੀ ਆ ਇੱਕ ਵੈਕਟਰ ਕੁਆਂਟੀਟੀ ਆ ਆਪਾਂ ਕੀ ਕਰਨ ਲੱਗੇ ਹੁਣ ਇਹਨੂੰ ਆਪਾਂ ਕਹਿੰਦੇ ਆ डाइपोल मूवमेंट इन स्लैब अपॉन वॉल्यूम आप पोलराइजेशन डेंसिटी इस तरीके नाल करते हैं कि डाइपोल मूवमेंट इन स्लैब अपॉन वॉल्यूम हुण देखो डाइपोल मूवमेंट स्लैब दे विच कितनी हुंदी आ असि पढ़िया सी ना कि मान लो ए नेगेटिव चार्ज आ ए पॉजिटिव चार्ज आ ते डिस्टेंस कितनी लैंदे सी 2l ते डाइपोल मूवमेंट ਆਪਾਂ ਲੈਂਦੇ ਸੀ p = 2ql ਇਹ ਚੀਜ਼ ਲੈ ਲੈਂਦੇ ਸੀ ਮਤਲਬ ਕੀ ਲੈਂਦੇ ਸੀ ਇੱਕ ਚਾਰਜ ਲੈ ਲੈਂਦੇ ਸੀ ਜਿਹੜਾ ਮਰਜ਼ੀ q ਇਹ ਵੀ q ਹੁੰਦਾ ਸੀ ਇਹ ਵੀ q ਹੁੰਦਾ ਸੀ ਤੇ ਨਾਲ ਗੁਣਾ ਕਿੰਨਾ ਕਰੀਦੀ ਸੀ ਲੈਂਥ ਦੇ ਨਾਲ 2l ਨਾਲ ਪਰ ਇੱਥੇ ਸਾਡੀ ਗੁਣਾ ਕਿਹਦੇ ਨਾਲ ਹੋਣੀ ਆ ਇੱਥੇ ਆਪਾਂ 2l ਦੀ ਜਗ੍ਹਾ ਤੇ ਕੀ ਮੰਨਿਆ ਵਾ d ਮੰਨਿਆ ਵਾ ਤੇ ਸਾਨੂੰ ਪਤਾ ਲੱਗ ਗਿਆ ਡਾਈਪੋਲ मूवमेंट ਕਿੰਨੀ ਆ डाइपोल मूवमेंट QI लिखते हैं क्योंकि QI ਆਪਾਂ ਚਾਰਜ ਕਿਆ ਕਰਦੇ ਇੰਡਿਊਸ ਚਾਰਜ ਦਾ QI ਇੱਕ ਚਾਰਜ ਲਈਦਾ ਫਿਰ ਡਿਸਟੈਂਸ ਲਈਦੀ ਆ ਡਿਸਟੈਂਸ ਕਿੰਨੀ ਸਾਡੇ ਕੋਲ ਇੱਥੇ d ਹੁਣ ਗੱਲ ਵਾ ਇਸ ਸਲੈਬ ਦੇ ਵੋਲਿਊਮ
इस स्लैब का वॉल्यूम कितना आएगा। फिर ਆਪਾਂ ਇਹ ਕਾਪੀ ਦੀ एग्जांपल लेने आ सामने वाले ਦਾ एरिया A, ठीक है ना। ते जे मैं कहना ਇਹਦਾ एरिया A आ ते A वाली हाइट D आ, ਇਹਦਾ एरिया A हाइट D ते वॉल्यूम की बनना, वॉल्यूम बनना वा A into D, वॉल्यूम इतने बनना A into D। देख लेना चेक करके, मैथमेटिकल नॉलेज चेक जरूर करना है इथे। ते इथों सानू की लब्बा, इथों सानू लब्बा QI into A। हुण फिर सोचने वाली गल होगी, कड्डण तुसीं पोलराइजेशन डेंसिटी दे दो, कड तुसीं की दित्ता QI बटा A कढता। ए की आ चार्ज अपॉन एरिया, चार्ज अपॉन एरिया की हुंदा सरफेस चार्ज डेंसिटी हुंदी आ। सानू पता वा कि सरफेस चार्ज डेंसिटी हुंदी आ, साडे कोल इक्वेशन आ गई कि QI बटा A दा मतलब आ सरफेस चार्ज डेंसिटी ड्यू टू पोलराइजेशन। I सी ना, I मतलब इंड्यूस चार्ज पैदा होया स्लैब दे उत्ते, स्लैब की गल कर रहे हां। ते मैं इत्थे P भी लिख सकदा, मैं इत्थे I भी लिख सकदा। मैं QI बटा A नू की लिख दिंदा हां सिग्मा I, सरफेस चार्ज डेंसिटी इंड्यूस चार्ज जेड़ा पैदा होया स्लैब के ऊपर। पर ए सरफेस चार्ज डेंसिटी किदे करके आ, पोलराइजेशन करके आ। मैं P भी लिख दिंदा। हुण इत्थे एक गल दा ध्यान रखो, ਅਸੀਂ कर भी दिता, ਅਸੀਂ कर दिता वा कि एक वैक्टर नू स्केलर दे बराबर करता। पोलराइजेशन डेंसिटी जेडी है ना वो एक वैक्टर क्वांटिटी है। ते जिद्दां साडा रिजल्ट अगे वधिया उन्हें सानू ये दस्सिया कि ये जेडी वैल्यू आ ये अगे स्केलर आ। इत्थे बिल्कुल भी कंफ्यूज ना होना, ये वेक्टर वा ये स्केलर आ, पर अजे ਅਸੀਂ ਇਹਨੂੰ ਕੀ ਆ मैग्नीट्यूड फॉर्म ਦੇ ਵਿੱਚ ਹੀ ਰੱਖਾਂਗੇ। P ਵੱਡੀ ਆ सिग्मा P इज इक्वल टू सिग्मा I। ਸਾਡੇ ਕੋਲ ਫਿਜ਼ਿਕਸ ਦੇ ਵਿੱਚ ਬਹੁਤ ਸਾਰੀਆਂ ਟਰਮਸ ਇਦਾਂ ਦੀਆਂ ਆ ਜਾਂਦੀਆਂ ਵਾ ਜਿਹੜੀਆਂ सॉल्व ਹੁੰਦਿਆਂ ਵੈਕਟਰ ਤੋਂ ਸਕੇਲਰ ਨਾਲ ਬਰਾਬਰ ਹੋ ਜਾਂਦੀਆਂ ਵਾ। ਤੇ ਉਹਨਾਂ ਟਰਮਸ ਦੇ ਵਿੱਚ ਆਪਾਂ ਇਹ ਗੱਲ ਕਹਿੰਦੇ ਆ ਕਿ ਇਹਦਾ ਮੈਗਨੀਟਿਊਡ, ਵੈਕਟਰ ਦਾ ਮੈਗਨੀਟਿਊਡ ਜਿਹੜਾ ਵਾ ਉਹ ਸਕੇਲਰ ਦੇ ਮੈਗਨੀਟਿਊਡ ਦੇ ਬਰਾਬਰ ਹੀ ਆ, ਪਰ ਵੈਕਟਰ ਦੀ ਡਾਇਰੈਕਸ਼ਨ ਨਾਲ ਸਾਨੂੰ ਕੋਈ ਮਤਲਬ ਨਹੀਂ। मैग्नीट्यूड बराबर ਹੁਣ ਸਾਡੇ ਕੋਲ a ਵਾਲੀ ਇਕੁਏਸ਼ਨ ਆ ਗਈ ਤੇ ਜੇਕਰ a ਵਾਲੀ ਇਕੁਏਸ਼ਨ ਆ ਗਈ ਆ ਤੇ ਫਿਰ ਆਪਾਂ ਇਸ ਇਕੁਏਸ਼ਨ ਦੇ ਵਾਪਸ ਚਲੀਏ। ਸਾਨੂੰ ਪਤਾ ਹੈ मैं ਇੱਥੇ ਲਿਖਣ ਲੱਗਾ मैं ਜਾਣਬੁੱਝ ਕੇ ਲੈਕਚਰ ਇੱਥੋਂ ਸਟਾਰਟ ਕੀਤਾ ਕਿਉਂਕਿ मैं ਚਾਹੁੰਦਾ ਸੀ कि सारे पिछले दो लेक्चर्स की कंटिन्यूटी बन जाए, बोरिंग ना रहे। साडे कोल एक क्वेश्चन आई सी ना, मैं लिखने लगा इत्थे हुई दो इलेक्ट्रिक फील्ड इन पैरेलल प्लेट कैपेसिटर विद स्लैब। जो विद स्लैब आ इक्वेशन E is equal to sigma upon epsilon 0 minus sigma P upon epsilon 0। ਹੁਣ ਦੇਖੋ ਇਹ ਵਾਲੀ ਇਕੁਏਸ਼ਨ ਤੇ ਇਹ ਵਾਲੀ ਇਕੁਏਸ਼ਨ ਨੂੰ ਯੂਜ਼ ਕਰਕੇ ਜਿੰਨੇ ਮਰਜ਼ੀ ਰੂਪ ਬਦਲ ਲਓ ਇਹਦੇ, ਕਿੱਦਾਂ ਰੂਪ ਬਦਲੇ ਜਾਣਗੇ। ਮੈਂ ਸਿਗਮਾ P ਦੀ ਜਗ੍ਹਾ ਤੇ P ਲਿਖ ਦਿੰਦਾ, ਇੱਕ ਦੇ ਰੂਪ ਇਹ ਬਦਲਿਆ ਗਿਆ ਇਹਦੇ ਚੋਂ ਮੈਂ ਇੱਦਾਂ ਲਿਖ ਦਿੰਦਾ, ਇੱਕ ਵਾਰੀ ਤੇ ਮੈਂ epsilon ਬਾਹਰ ਕੱਢ ਲੈਣਾ क्योंकि दोनों ने साझा रखा है एप्सिलॉन बाहर कट लिया। इधर आया सिग्मा माइनस सिग्मा पी, एक दे बन जाएगी ते ए भी बन जाएगी। E इज इक्वल टू सिग्मा अपॉन एप्सिलॉन 0 माइनस P अपॉन एप्सिलॉन 0। मैं सिर्फ इस इक्वेशन में सिग्मा P की वैल्यू जेडी है P पर P है, मैं और कुछ नहीं कीता। मतलब ए की आ जनरल इक्वेशन सी आ हुन बन गई ए भी पहला दी आ हुन ए बनी आ ਜਦੋਂ ਆਪਾਂ सिग्मा P ਦੀ ਜਗ੍ਹਾ ਤੇ वैल्यू P ਭਰੀ। स्टेप ही सॉल्व करता रहा मैं, ਤੁਸੀਂ ਆਪਣੇ ਕੋਲੋਂ ਕੀ ਬਣਾ ਲਓ ਇਹਨੂੰ। एक इक्वेशन और बननी है देखो
वो मैं बनाना लगा। देखो E इज इक्वल टू जेड़ा पहला सिग्मा अपॉन एप्सिलॉन 0 है ना, सिग्मा अपॉन एप्सिलॉन 0 इनु मैं E नॉट ही लिख लूंगा। E इज इक्वल टू E नॉट ते अगे की लिखण लगा P अपॉन एप्सिलॉन 0। ये भी इंपॉर्टेंट इक्वेशन है साडे कोल। हुण देखो ਅਸੀਂ ਜਦੋਂ ਦਾ ਕੈਪੈਸਿਟਰ ਦੇ ਅੰਦਰ ਸਲੈਬ ਨੂੰ ਰੱਖਿਆ ਵਾ ਤੇ ਸਾਡੀਆਂ ਇਕੁਏਸ਼ਨਸ ਲਗਾਤਾਰ ਬਦਲ ਰਹੀਆਂ, ਨਵੇਂ-ਨਵੇਂ ਪੈਰਾਮੀਟਰ ਇੰਟਰੋਡਿਊਸ ਹੋ ਰਹੇ ਆ ਤੇ ਨਵੀਆਂ-ਨਵੀਆਂ ਇਕੁਏਸ਼ਨਾਂ ਸਾਨੂੰ ਮਿਲ ਰਹੀਆਂ ਤੇ ਇਹਨਾਂ ਨੂੰ ਧਿਆਨ ਨਾਲ ਸਮਝਣਾ। ਹੁਣ ਦੇਖੋ ਜਿਵੇਂ ਪਹਿਲਾਂ ਅਸੀਂ ਕੈਪੈਸਿਟਰ ਡਾਈਇਲੈਕਟ੍ਰਿਕ ਸਲੈਬ ਰੱਖੀ, ਡਾਈਇਲੈਕਟ੍ਰਿਕ ਸਲੈਬ ਰੱਖੀ ਤੇ ਸਾਨੂੰ ਪਤਾ ਲੱਗ ਗਿਆ ਕਿ ਪੋਟੈਂਸ਼ੀਅਲ ਘਟ ਗਿਆ, ਕੈਪੈਸਿਟੈਂਸ ਵੱਧ ਗਈ। ਹੁਣ ਕੈਪੈਸਿਟੈਂਸ ਵਧਣ ਦਾ ਮਸਲਾ ਨਹੀਂ ਆ, ਕੈਪੈਸਿਟੈਂਸ ਵਧਣ ਨੂੰ ਜਾਣਨ ਦਾ ਮਸਲਾ ਕਿ ਕੈਪੈਸਿਟੈਂਸ ਕਿਉਂ ਵੱਧ ਗਈ ਆ। ਤੇ ਅਸੀਂ ਉੱਥੇ ਦੇਖਿਆ ਕੈਪੈਸਿਟੈਂਸ ਤਾਂ ਕਰਕੇ ਵੱਧ ਗਈ ਆ ਕਿਉਂ, ਪੋਟੈਂਸ਼ੀਅਲ ਘਟ ਗਿਆ, ਪੋਟੈਂਸ਼ੀਅਲ ਘਟ ਗਿਆ। ਫਿਰ ਅਸੀਂ ਦੇਖਿਆ ਇਸ ਸਲੈਬ ਦੇ ਅੰਦਰ ਤੇ ਡਾਈਇਲੈਕਟ੍ਰਿਕ ਸਲੈਬ ਦੇ ਅੰਦਰ ਤੇ ਪੋਲਰਾਈਜੇਸ਼ਨ ਹੋ ਜਾਂਦੀ ਆ ਤੇ ਉਹ ਪੋਲਰਾਈਜੇਸ਼ਨ ਜਿਹੜੀ ਆ ਆਪੋਜ਼ਿਟ ਫੀਲਡ ਬਣਾ ਦਿੰਦੀ ਆ। ਆਪੋਜ਼ਿਟ ਫੀਲਡ ਅਪਲਾਈਡ ਫੀਲਡ ਨੂੰ ਘੱਟ ਕਰ ਦਿੰਦਾ ਵਾ ਤੇ ਅਪਲਾਈਡ ਫੀਲਡ ਹੀ ਘੱਟ ਹੋ ਗਿਆ ਜੇ E ਘੱਟ ਹੋ ਗਿਆ ਤਾਂ B ਵੀ ਘੱਟ ਹੋ ਜਾਣਾ ਤੇ ਜੇ B ਘੱਟ ਹੋ ਗਿਆ ਤਾਂ C ਨੇ ਵੱਧ ਜਾਣਾ। ਇਹ ਇਕੁਏਸ਼ਨਸ ਅਸੀਂ ਪੜ੍ਹੀਆਂ ਹੋਈਆਂ ਵਾ। ਸੋ ਇਹ ਸਾਡੀਆਂ ਜਿਹੜੀਆਂ ਵਾ ਕੁਝ ਇਕੁਏਸ਼ਨਸ ਆ। इथों तुसी सिग्मा की वैल्यू भी कट सकते हो। सिग्मा की वैल्यू जेकर ਅਸੀਂ ਇਥੋਂ ਕੱਢੀਏ ਤੇ ਸਾਡੇ ਕੋਲ सिग्मा की वैल्यू ਕੀ आएगी, सिग्मा इज इक्वल टू देखो ਕੀ आएगी, एक कॉमन बाहर निकल जाएगा एप्सिलॉन 0 E आ गया ते शायद प्लस P। ये वाली इक्वेशन ਸਾਡੇ ਕੋਲ आ गई ते साडे कोलों सिग्मा एप्सिलॉन E प्लस P ते जेकर मैं इस सिग्मा ਨੂੰ हटा दा ना मेरे को एक नवी डिस्प्लेसमेंट वेक्टर इक्वेशन होनी आ B वेक्टर इज इक्वल टू एप्सिलॉन E वेक्टर जमा P वेक्टर। ये वैसे साडे इक्वेशन बहुत यूजेस दे विच नहीं हैगी पर इस इक्वेशन ਨੂੰ ਅਸੀਂ इलैक्ट्रिक डिस्प्लेसमेंट वेक्टर ਦੇ ਨਾਲ ਬੋਲਦੇ ਆ। मतलब रूप ही बदलिया इक्वेशन दे, इक्वेशन ਦਾ बेसिकली ਕੀ ਆ ਉਹੀ ਆ। ਸੋ ਇਸ ਨੂੰ ਧਿਆਨ ਨਾਲ ਦੇਖ ਲੈਣਾ। ਹੁਣ ਅਸੀਂ ਨਵਾਂ ਟੌਪਿਕ ਦੇਖਦੇ ਹਾਂ ਇਲੈਕਟ੍ਰਿਕ ਸਸੈਪਟੀਬਿਲਿਟੀ। ਸਸੈਪਟੀਬਿਲਿਟੀ ਜਿਵੇਂ ਨਾਮ ਤੋਂ ਹੀ ਪਤਾ ਲੱਗਦਾ ਵਾ ਕਿ ਪ੍ਰਭਾਵਿਤ ਹੋਣਾ, ਕਿ ਕਿੰਨਾ ਪ੍ਰਭਾਵਿਤ ਹੋਇਆ। ਅੱਜ ਅਸੀਂ ਇਸ ਕਲਾਸ ਦੇ ਵਿੱਚ ਕਿਹੜੇ ਪ੍ਰਭਾਵਿਤ ਹੋਣ ਦੀ ਗੱਲ ਕਰਨੀ ਆ, ਜਦੋਂ ਡਾਈਇਲੈਕਟ੍ਰਿਕ ਸਲੈਬ ਉਸ ਪੈਰਲਲ ਪਲੇਟ ਕੈਪੈਸਿਟਰ ਦੇ ਅੰਦਰ ਰੱਖੀ ਸੀ ਤੇ ਅਸੀਂ ਦੇਖਿਆ ਸੀ ਕਿ ਉਹ ਪ੍ਰਭਾਵਿਤ ਹੋਈ ਸੀ। ਅਸੀਂ ਦੇਖਿਆ ਕਿ ਜਦੋਂ ਇੱਕ ਪੈਰਲਲ ਪਲੇਟ ਕੈਪੈਸਿਟਰ ਦੇ ਵਿੱਚ ਡਾਈਇਲੈਕਟ੍ਰਿਕ ਸਲੈਬ ਰੱਖੀ ਜਾਂਦੀ ਹੈ ਤੇ ਇਹ ਡਾਈਇਲੈਕਟ੍ਰਿਕ ਸਲੈਬ ਕੀ ਆ, ਇਹ ਡਾਈਇਲੈਕਟ੍ਰਿਕ ਸਲੈਬ ਜਿਹੜੀ ਆ ਪ੍ਰਭਾਵਿਤ ਹੁੰਦੀ ਆ ਤੇ ਪ੍ਰਭਾਵਿਤ ਹੋ ਕੇ ਇਹਦੇ ਉੱਪਰ ਇਧਰ ਨੈਗੇਟਿਵ ਤੇ ਇਧਰ ਪੋਜ਼ਿਟਿਵ ਚਾਰਜ ਪ੍ਰੈਸ ਹੋ ਜਾਂਦਾ। ਤੇ ਅਸੀਂ ਪਹਿਲਾਂ ਕੱਢਿਆ ਪੋਲਰਾਈਜੇਸ਼ਨ, ਸਿੰਗਲ ਵੋਲਿਊਮ ਦੀ ਕੱਢ ਚੁੱਕੇ ਆ ਤੇ ਅਸੀਂ ਸਿੰਗਲ ਮੋਲੀਕੂਲ ਫॉर ਸਿੰਗਲ ਮੋਲੀਕੂਲ ਸਿੰਗਲ ਮੋਲੀਕੂਲ ਸਾਡੇ ਕੋਲ ਕੀ ਆਇਆ ਸੀ, ਛੋਟੀ p ਅਲਫਾ एप्सिलॉन 0 ਤੇ E। ਹੁਣ ਦੇਖੋ बाद में ਅਸੀਂ ਸਾਰੇ ਵਾਸਤੇ ਕੱਢੀ फॉर ऑल। मैं तो स्टेप बना लूंगा, स्टेप ਤੁਸੀਂ बनाना ਅਸੀਂ तो मैं एक ਦਾ सीक्वेंस बनाना चाहना है, एक मोमेंटम बनाना चाहना ताकि ਤੁਹਾਨੂੰ ਸਮਝ ਆ ਜਾਏ। ठीक है। सेकंड नंबर पे ਅਸੀਂ क्या ਆ ਕਿ ਅਸੀਂ ਕੱਢੀ ਆ पोलराइजेशन डेंसिटी। पोलराइजेशन डेंसिटी फॉर ऑल स्लैब, सारी स्लैब वास्ते पोलराइजेशन डेंसिटी ਕੱਢੀ ਤੇ ਉਹ ਅਸੀਂ ਕੀ ਕੱਢੀ, ਉਹ ਸਾਡੇ ਕੋਲੋਂ ਆਇਆ P ਵੱਡੀ सिग्मा I ਜਾਂ सिग्मा P ਦੇ ਬਰਾਬਰ ਹੈ। बाद में ਅਸੀਂ ਇਹ ਵਾਲੀ ਇਕੁਏਸ਼ਨ ਜਿਹੜੀ ਆ ਉਹ ਬੇਸਿਕ ਇਕੁਏਸ਼ਨ E = E0 - Cp ਦੇ ਵਿੱਚ ਭਰ ਕੇ ਵੱਖਰੇ ਵੱਖਰੇ ਰੂਪ ਦੇ ਬਣਾਏ ਸੀ।
ਹੁਣ देखो ये चीज साडे को पोलराइजेशन डेंसिटी पर की इस मतलब स्लैब दे पोलराइजेशन हो जाना ਅਸੀਂ ਕਿਸੇ ਹੋਰ ਤਰੀਕੇ ਨਾਲ ਵੀ ਡਿਫਾਈਨ ਕਰ ਸਕਦੇ ਹਾਂ। ਹੁਣ ਦੇਖੋ ਜਿਵੇਂ ਮੈਂ ਕਹਾਂ ਕਿ ਮੇਰੇ ਕੋਲੋਂ ਇੱਕ ਸਲੈਬ ਆ ਤੇ ਉਸ ਸਲੈਬ ਦੇ ਵਿੱਚ ਇਸ ਡਾਈਲੈਕਟ੍ਰਿਕ ਸਲੈਬ ਦੇ ਵਿੱਚ ਥੋੜਾ ਵਧੀਆ ਤਰੀਕੇ ਨਾਲ ਬਣਾਉਣਾ। ਡਾਈਲੈਕਟ੍ਰਿਕ ਸਲੈਬ ਦੇ ਵਿੱਚ ਮੰਨ ਲਓ 40 ਐਟਮ ਜਾਂ 40 ਮੋਲੀਕਿਊਲ ਪ੍ਰਭਾਵਿਤ ਹੋਏ। ਹੁਣ ਕੋਈ ਦੂਸਰਾ ਜਾਂ ਦੂਸਰੀ ਸਲੈਬ ਰੱਖੀ ਤੇ ਉਹਦੇ 100 ਪ੍ਰਭਾਵਿਤ ਹੋ ਗਏ ਤੇ ਮੈਂ ਕੋਈ ਤੀਸਰੀ ਰੱਖੀ ਉਹਦੇ ਚ 50 ਪ੍ਰਭਾਵਿਤ ਹੋ ਗਏ। ਹੁਣ ਮੈਂ ਜਿਵੇਂ ਕਹਿ ਰਿਹਾ ਕਿ ਇੱਕ ਦੇ ਵਿੱਚ 100 ਪ੍ਰਭਾਵਿਤ ਹੋਇਆ, ਇੱਕ ਚ 50 ਹੋਏ, ਇੱਕ ਚ 40 ਹੋਏ, ਇੱਕ ਚ 100 ਹੋਇਆ ਤੇ ਜ਼ਿਆਦਾ ਕਿਹਦੇ ਵਿੱਚ ਪ੍ਰਭਾਵਿਤ ਹੋਏ? ਇਹਦੇ ਵਿੱਚ ਪ੍ਰਭਾਵਿਤ ਹੋਏ। ਤੇ ਮੈਂ ਇਹ ਗੱਲ ਕਹਿਣੀ ਆ ਕਿ ਜਿਹੜੀ ਡਾਈਲੈਕਟ੍ਰਿਕ ਸਲੈਬ ਦੇ ਅੰਦਰ ਜ਼ਿਆਦਾ ਮੋਲੀਕਿਊਲਸ ਜਾਂ ਐਟਮ ਪ੍ਰਭਾਵਿਤ ਹੋਏ ਆ ਨਾ वो ज्यादा सुसैप्टिबल मतलब प्रभावित होता है। जिदा आप कहते हैं ना एक छोटा बच्चा जिहड़ा वा उन्होंने बुखार जुकाम ज्यादा लग सकता है, आप ये कह सकते हैं कि छोटा बच्चा जिहड़ा वा ना वो ज्यादा सुसैप्टिबल है, प्रभावित हो सकता वा किसी बीमारी। तो इत्थे भी असीं कहते हैं कि स्लैब किहड़ी सुसैप्टिबल जिहदे ज्यादा प्रभावित होंदे आ वो सुसैप्टिबल वा। ते असीं इस सुसैप्टिबिलिटी का रिलेशन पता करना वा कोई ना कोई इस केस दे विच। हुण देखो जेकर मैं इसी चीज नूं 3 नंबर नूं मतलब पूरी पोलराइजेशन नूं पूरी स्लैब की पोलराइजेशन ऑफ होल स्लैब लिख लो या फुल स्लैब लिख लो, होल स्लैब। ਤੇ मैं इदा करना, मैं ए वाली इक्वेशन ਨੂੰ क्यों नहीं इंट्रोड्यूस करता, मैं कहना वा जे सिंगल मॉलिक्यूल ते ए वाली इक्वेशन लगी आ ते फिर ਵੱਡੇ ਤੇ ਵੀ ਲੱਗਣੀ ਚਾਹੀਦੀ ਆ। मैं ਇੱਥੇ ਵੱਡੀ ਕੀ ਲਿਖਦਾ ਪ੍ਰੋਪੋਰਸ਼ਨਲ ਟੂ ਐਪਸਾਈਲਨ ਨੋਟ E, ਇਹ ਤਾਂ ਫਿਰ ਵੱਡੇ ਤੇ ਵੀ ਬਣੇਗੀ। ਪਹਿਲਾਂ ਕੀ ਬਣੀ ਸੀ? ਪਹਿਲਾਂ ਸਿੰਗਲ ਵਾਸਤੇ ਬਣੀ ਸੀ ਇਹ ਇਦਾਂ, मतलब जे सिंगल ਦੇ ਉੱਤੇ ਇਹ ਇਕੁਏਸ਼ਨ ਲੱਗਦੀ ਆ ਤਾਂ ਵੱਡੇ ਤੇ ਵੀ ਤੇ ਸਾਰੇ ਦੇ ਉੱਤੇ ਵੀ ਲੱਗੇਗੀ ਨਾ। सिंगल ਤੇ ਸਾਰੇ ਦਾ ਹੀ ਪਾਰਟ ਆ ਨਾ। ਸੋ ਅਸੀਂ ਇਹ ਵਾਲੀ ਇਕੁਏਸ਼ਨ ਬਣਾਉਂਦੇ ਆ। ਹੁਣ ਉਸ ਇਕੁਏਸ਼ਨ ਤੋਂ ਅਸੀਂ ਇੱਥੇ ਵੀ ਇਕੁਏਸ਼ਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਾਂ, ਪਰ ਇੱਥੇ ਸਾਡੇ ਕੋਲ ਕੀ ਆ ਗਿਆ? ਸਿਗਮਾ ਆ ਗਿਆ, ਸਰਫੇਸ ਚਾਰਜ ਡੈਂਸਿਟੀ ਦੇ ਰੂਪ ਵਿੱਚ ਆ ਗਿਆ। ਅਸੀਂ ਚਾਹੁੰਦੇ ਸਾਂ ਕਿ ਇਹਦੀ ਪੂਰੀ ਸਲੈਬ ਦੀ ਪੋਲਰਾਈਜੇਸ਼ਨ ਜਿਹੜੀ ਆ ਉਹ ਕਿਸੇ ਇਸ ਰੂਪ ਵਿੱਚ ਵੀ ਆ। ਤੇ ਆਪਾਂ ਇਸ ਛੋਟੇ ਮੋਲੀਕਿਊਲ ਤੋਂ ਹੀ ਅੰਦਾਜ਼ਾ ਲੈ ਲਿਆ ਕਿ ਜੇ ਛੋਟੇ ਮੋਲੀਕਿਊਲ ਦੀ ਸਿੰਗਲ ਦੀ ਇਹ ਹੁੰਦੀ ਆ ਤੇ ਪੂਰੇ ਦੀ ਇਹ ਹੋਣੀ ਚਾਹੀਦੀ ਆ। ਫਰਕ ਕੀ ਆ? ਸਿੰਗਲ ਵਾਸਤੇ ਛੋਟਾ ਕੀ ਆ ਤੇ ਪੂਰੇ ਵਾਸਤੇ ਵੱਡਾ ਕੀ ਆ। ਤੇ ਹੁਣ ਦੇਖੋ ਇਹਨੂੰ ਹਟਾ ਕੇ ਤੇ ਆਪਾਂ ਆ ਬਣਾ ਲਈ ਤੇ ਇਸ ਇਕੁਏਸ਼ਨ ਨੂੰ ਹਟਾ ਕੇ ਇਹਨੂੰ ਹਟਾਉਣ ਲੱਗਾ ਹੁਣ ਪੂਰੇ ਨੂੰ, ਇਹਨੂੰ ਹਟਾ ਕੇ मैं इसे लिखने लगा P is equal to S साइन पॉइंट लगा लिखो डंडा F ते अगे एप्सिलॉन E, इनको आप बोलना चाय CHI चाय, चाय का साइन देना कुछ इस तरह होना है। चाय सारे ग्रीक लेटर जिन्हें अल्फा बीटा डेल्टा थीटा थीटा गामा रो ये सारे ग्रीक लेटर ते इथे चाई, ठीक है। ते ये चाई की आ इथे की सी एटॉमिक पोलराइजेबिलिटी, ए आ एटॉमिक ससेप्टिबिलिटी। गल तो वही होगी ना, एटॉमिक पोलराइजेबिलिटी मतलब कितना पोलराइज्ड हो गया ते एक क्या एटॉमिक ससेप्टिबिलिटी कितना प्रभावित हो गया, जितना प्रभावित होया उतना ही पोलराइज होया ना। गल तो कोई है, शब्द ही वखरे वखरे लेते ते साडे कोलों ए वाली इक्वेशन बन गई। जेकर मैं वेक्टर लिखना तो फिर मैं इन्हें इदां लिख लेना वेक्टर दे विच। सो ए क्या ए भी पोलराइजेशन डेंसिटी ही है, पर ਅਸੀਂ ਇਹਨੂੰ इलैक्ट्रिक फील्ड की भाषा दे विच कढिया होया वा, इत्थे चार्ज की भाषा दे विच कढिया होया वा। सो साडे कोलों ਇਹ वाली इक्वेशन बन गई। हुण आपां की करदे आ, अपने कोल पिछे भी बहुत सारी इक्वेशनस आ ते उन्हां इक्वेशनस दे विच साडे कोलों एक इक्वेशन ये आई सी E0
माइनस पी अपॉन एप्सिलॉन 0 ਹੁਣੇ ਉਹਨੇ ਆਏ ਸੀ ਤੇ ਆਪਾਂ ਇਹ p ਦੀ ਵੈਲਿਊ ਭਰਦੇ ਆ ਇੱਥੇ देखते हैं नेट फील्ड के नाम लेके कोई इक्वेशन बनती है E नॉट माइनस चाइल्ड एप्सिलॉन नॉट ते E आएगा स्केलर से लिख लेते हैं ते नीचे E ए दोनों पे कटे गए ऊपर की रहेगा साढ़े किलो E is equal to E naught minus susceptibility constant ਤੇ E ਆਪਾਂ ਇਹਦੇ ਵਿੱਚ ਥੋੜਾ ਜਿਹਾ ਮੈਥਮੈਟੀਕਲ ਅਰੇਂਜਮੈਂਟ ਮੈਂ ਕਰ ਲੱਗਾ ਤੁਸੀਂ ਦੇਖਣਾ ਭਲਾ ਮੈਂ ਕੀ ਕੀਤਾ ਵਾ ਤੁਸੀਂ ਇੱਕ ਹੋਮ ਟਾਸਕ ਦੇਖੋ ਮੈਥ ਐਕਸਰਸਾਈਜ਼ ਦੇਖੋ ਮੈਂ ਕੀ ਕਰ ਲੱਗਾ E naught is equal to E 1 minus ये मैं इतना लिख सकता E डॉट को मैं उधर ही रखा इनको मैं उधर ले गया इधर ले गया प्लस हो गया हाँ ठीक हो गया हुन मैं की करदा इस स्टेप च E डॉट बटा E 1 प्लस ਤੇ ਮੈਨੂੰ ਪਤਾ E नॉट बटा E नॉट ਹੁੰਦਾ ਮੈਨੂੰ ਪਤਾ K ਹੁੰਦਾ ਡਾਇਲੈਕਟ੍ਰਿਕ ਕਾਂਸਟੈਂਟ ਤੇ ਮੈਂ ਲਿਖਦਾ ਹਾਂ K is equal to 1 plus चाहे बहुत इंपॉर्टेंट रिलेशन देखो डाइलेक्ट्रिक कांस्टेंट ससेप्टिबिलिटी कांस्टेंट गल ਇੱਕੋ ਹੀ ਹੈ ਨਾ ਸਾਰੀਆਂ ਗੱਲਾਂ ਨਾਲ ਵਿੱਚ ਇੱਕੋ ਹੀ ਆ ਕਦੀ ਤੁਸੀਂ ਪੋਲਰਾਈਜੇਸ਼ਨ ਸਿੰਗਲ ਮੋਲੀਕਿਊਲ ਦੀ ਕੱਢ ਲਈ ਕਦੀ ਤੁਸੀਂ ਪੂਰੇ ਦੀ ਸਰਫੇਸ ਚਾਰਜ ਡੈਂਸਿਟੀ ਦੇ ਰੂਪ ਵਿੱਚ ਕੱਢ ਲਈ ਕਦੀ ਤੁਸੀਂ ਪੂਰੇ ਦੀ ਪਹਿਲੀ ਵਾਲੀ ਡੈਫੀਨੇਸ਼ਨ ਦੇ ਮੁਤਾਬਕ ਕੱਢੀ ਕਿ ਜੇ ਪਹਿਲਾ ਪ੍ਰਭਾਵਿਤ ਹੁੰਦਾ ਵਾ ਤੇ ਫਿਰ ਪੂਰੀ ਵੀ ਤੇ ਉਸੇ ਨਾਲ ਪ੍ਰਭਾਵਿਤ ਹੁੰਦੀ ਹੋਏਗੀ ਜਿਹੜਾ ਬਾਹਰ ਨੈਟ ਇਲੈਕਟ੍ਰਿਕ ਫੀਲਡ ਆ ਫਿਰ ਆਪਾਂ ਇਥੋਂ p ਨੂੰ ਪ੍ਰੋਪੋਰਸ਼ਨਲ ਸਾਈਨ ਹਟਾ ਕੇ ਝਾਈ ਸਾਈਨ ਝਾਈ ਨੂੰ ਅਸੀਂ ਕਿਹਾ ਇਹ ਕੀ ਆ ਇਹਦਾ ਨਾਂ ਝਾਈ ਆ ਜਿੱਦਾਂ ਥੀਟਾ ਕਹਿੰਦੇ ਨਾ ਥੀਟਾ ਜਿੱਦਾਂ ਆਪਾਂ ਕਹਿੰਦੇ ਆ ਇੱਥੇ ਸਿਗਮਾ ਆਇਆ ਸੀ ਨਾਮ ਉਹਦਾ ਸਿਗਮਾ ਕੰਮ ਕੀ ਉਹਦਾ ਸਰਫੇਸ ਚਾਰਜ ਡੈਂਸਿਟੀ ਉਸੇ ਤਰੀਕੇ ਨਾਲ ਇਹਨੂੰ ਝਾਈ ਨਹੀਂ ਕਹਿਣਾ ਮਤਲਬ ਇੱਕ ਝਾਈ ਇਹਦਾ ਪਹਿਲਾ ਨਾਮ ਆ ਪਰ ਇਹਦਾ ਰੋਲ ਕੀ ਆ susceptibility constant ठीक है ना मैं लिखे हुए हैं susceptibility ये susceptibility constant ਦਾ ਤੇ susceptibility constant ਨੇ ਕੀ ਦੱਸਣਾ susceptibility constant ਨੇ ਦੱਸਣਾ ਕਿ ਕਿੰਨੀ ਸਲੈਬ ਪ੍ਰਭਾਵਿਤ ਹੋਈ ਹੈ ठीक है ना तो वैसे भी इथों ही पता लग जाना ਇਹ ਜਿਹੜਾ ਰਿਲੇਸ਼ਨ ਹੋਇਆ डाइलेक्ट्रिक कांस्टेंट 1 प्लस सो ये जिन्नियां भी इक्वेशंस आ रही हैं इसको ध्यान नाल देखो मैं इन्हों पिछले लेक्चर ਦੇ ਵਿੱਚ ਵੀ ਕੀਤਾ ਸੀ ਉਸ ਥੋੜਾ ਬੋਰਡ ਲਿਖਿਆ ਸੀ ਅੱਜ ਬੋਰਡ ਵੱਡਾ ਵਾ ਮੈਂ ਉਹ ਵੀ ਟੌਪਿਕ ਜਿਹੜੇ ਆ ਵਿੱਚ ਹੀ ਕੰਸੀਡਰ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਇਹਨੂੰ ਬਿਹਤਰ ਤਰੀਕੇ ਨਾਲ ਸਮਝੋ ਇਹ ਇੰਪੋਰਟੈਂਟ ਰਿਲੇਸ਼ਨ ਆ